ਅਧਿਆਇ 3। ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਰ ਨੇ ਬਣਾਇਆ ਸੀ ਛਾਤਰ ਸੀ। ਅਤੇ ਉਸਨੇ ਉਸ ਤੀਵੀ ਨੂੰ ਆਖਿਆ, ਭਲਾ ਪਰਮੇਸ਼ਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ। ਤੀਵੀ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ, ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ਰ ਨੇ ਆਖਿਆ ਤੁਸੀਂ ਨਾ ਖਾਓ, ਨਾ ਉਹਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। ਪਰ ਸੱਪ ਨੇ ਤੀਵੀ ਨੂੰ ਆਖਿਆ ਕਿ ਤੁਸੀਂ ਕਦੇ ਨਾ ਮਰੋਗੇ, ਸਗੋਂ ਪਰਮੇਸ਼ਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ਰ ਵਾਂਗੂ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ। ਜਾਂ ਤੀਵੀ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਬਿਰਛ ਬੁੱਧ ਦੇਣ ਲਈ ਲੋੜੀਦਾ ਹੈ, ਤਾਂ ਉਸਨੇ ਉਹਦੇ ਫਲ ਤੋਂ ਲਿਆ ਤੇ ਆਪ ਖਾਧਾ, ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸਨੇ ਖਾਧਾ। ਤਦ ਦੋਹਾਂ ਦੀਆਂ ਅੱਖੀਆਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਜਾਣ ਲਿਆ ਭਈ ਅਸੀਂ ਨੰਗੇ ਹਾਂ। ਸੋ ਉਹਨਾਂ ਨੇ ਫਗੂੜੀ ਦੇ ਪੱਤੇ ਸਿਉਂਦੇ ਆਪਣੇ ਲਈ ਤਹਿਮਦ ਬਣਾਏ। ਤਾਂ ਉਹਨਾਂ ਨੇ ਯਹੋਵਾ ਪਰਮੇਸ਼ਰ ਦੀ ਆਵਾਜ਼ ਸੁਣੀ ਜਦ ਉਹ ਬਾਗ ਵਿੱਚ ਠੰਡੇ ਵੇਲੇ ਫਿਰਦਾ ਸੀ ਅਤੇ ਉਸ ਮਰਦ ਔਰ ਉਹਦੀ ਤੀਵੀ ਨੇ ਬਾਗ ਦੇ ਬਿਰਛਾਂ ਵਿਚਕਾਰ ਯਹੋਵਾ ਪਰਮੇਸ਼ਰ ਦੇ ਸਾਹਮਣਿਓਂ ਆਪਣੇ ਆਪ ਨੂੰ ਲੁਕਾਇਆ। ਤਦ ਯਹੋਵਾ ਪਰਮੇਸ਼ਰ ਨੇ ਆਦਮੀ ਨੂੰ ਪੁਕਾਰ ਕੇ ਆਖਿਆ ਕਿ ਤੂੰ ਕਿੱਥੇ ਹੈ? ਉਸਨੇ ਆਖਿਆ ਕਿ ਤੇਰੀ ਆਵਾਜ਼ ਬਾਗ ਵਿੱਚ ਸੁਣ ਕੇ ਮੈਂ ਡਰ ਗਿਆ, ਕਿਉਂ ਜੋ ਮੈਂ ਨੰਗਾ ਹਾਂ, ਸੋ ਮੈਂ ਆਪਣੇ ਆਪ ਨੂੰ ਲੁਕਾਇਆ। ਤਾਂ ਉਸਨੇ ਆਖਿਆ, ਕਿਨ ਤੈਨੂੰ ਦੱਸਿਆ ਭਈ ਤੂੰ ਨੰਗਾ ਹੈ? ਜਿਸ ਬਿਰਛ ਤੋਂ ਮੈਂ ਤੈਨੂੰ ਹੁਕਮ ਦਿੱਤਾ ਕਿ ਉਸ ਤੋਂ ਨਾ ਖਾਈ, ਕਿ ਤੂੰ ਉਸ ਤੋਂ ਖਾਧਾ? ਫਿਰ ਆਦਮੀ ਨੇ ਆਖਿਆ ਕਿ ਜਿਸ ਤੀਵੀ ਨੂੰ ਤੂੰ ਮੈਨੂੰ ਦਿੱਤਾ ਸੀ ਉਸਨੇ ਉਸ ਬਿਰਛ ਤੋਂ ਮੈਨੂੰ ਦਿੱਤਾ ਤੇ ਮੈਂ ਖਾਧਾ। ਤਦ ਯਹੋਵਾ ਪਰਮੇਸ਼ਰ ਨੇ ਤੀਵੀ ਨੂੰ ਆਖਿਆ ਕਿ ਤੇ ਇਹ ਕੀ ਕੀਤਾ? ਤੀਵੀ ਨੇ ਆਖਿਆ ਕਿ ਸੱਪ ਨੇ ਮੈਨੂੰ ਫਰਮਾਇਆ ਤਾਂ ਮੈਂ ਖਾਧਾ। ਫਿਰ ਯਹੋਵਾ ਪਰਮੇਸ਼ਰ ਨੇ ਸੱਪ ਨੂੰ ਆਖਿਆ, ਭਈ ਇਸ ਲਈ ਕਿ ਤੂੰ ਇਹ ਕੀਤਾ, ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸਰਾਪੀ ਹੈ। ਤੂੰ ਆਪਣੇ ਢਿੱਡ ਪਾਰ ਤੁਰੇਗਾ ਅਤੇ ਆਪਣੇ ਜੀਵਨ ਦੇ ਸਾਰੇ ਦਿਨ ਤੂੰ ਮਿੱਟੀ ਖਾਇਆ ਕਰੇਗਾ ਅਤੇ ਤੇਰੇ ਤੇ ਤੀਵੀ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹਦੀ ਅੱਡੀ ਨੂੰ ਡੰਗ ਮਾਰੇਗਾ। ਉਸਨੇ ਤੀਵੀ ਨੂੰ ਆਖਿਆ ਕਿ ਮੈਂ ਤੇਰੇ ਗਰਭ ਦੀ ਪੀੜ ਬਹੁਤ ਵਧਾਵਾਂਗਾ, ਪੀੜ ਨਾਲ ਤੂੰ ਬੱਚੇ ਜਨੇਗੀ ਅਤੇ ਤੇਰੀ ਪਤੀ ਵੱਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ। ਫਿਰ ਉਸਨੇ ਆਦਮੀ ਨੂੰ ਆਖਿਆ ਕਿ ਇਸ ਲਈ ਕਿ ਤੂੰ ਆਪਣੀ ਤੀਵੀ ਦੀ ਗੱਲ ਸੁਣੀ ਅਤੇ ਉਸ ਬਿਰਛ ਤੋਂ ਖਾਧਾ ਜਿਸ ਦੇ ਵਿਖੇ ਮੈਂ ਤੈਨੂੰ ਹੁਕਮ ਦਿੱਤਾ ਸੀ ਭਈ ਉਸ ਤੋਂ ਨਾ ਖਾਈ, ਸੋ ਜ਼ਮੀਨ ਤੇਰੇ ਕਾਰਨ ਸਰਾਪਤ ਹੋਈ। ਤੂੰ ਆਪਣੇ ਜੀਵਨ ਦੇ ਸਾਰੇ ਦਿਨ ਉਸ ਤੋਂ ਦੁੱਖ ਨਾਲ ਖਾਏਗਾ। ਉਹ ਕੰਡੇ ਔਰ ਕੰਡਿਆਲੇ ਤੇਰੇ ਲਈ ਉਗਾਵੇਗੀ ਅਤੇ ਤੂੰ ਪੈਲੀ ਦਾ ਸਾਗ ਪੱਤ ਖਾਵੇਗਾ। ਤੂੰ ਆਪਣੇ ਮੂੰਹ ਦੇ ਮੁੜਕੇ ਨਾਲ ਰੋਟੀ ਖਾਵੇਗਾ ਜਦ ਤੱਕ ਤੂੰ ਮਿੱਟੀ ਵਿੱਚ ਫਿਰ ਨਾ ਮੁੜੇ, ਕਿਉਂ ਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਗਾ।
ਆਦਮੀ ਨੇ ਆਪਣੀ ਤੀਵੀ ਦਾ ਨਾਮ ਹਵਾ ਰੱਖਿਆ, ਇਸ ਲਈ ਕਿ ਉਹ ਸਾਰੇ ਜੀਵੰਦਿਆਂ ਦੀ ਮਾਤਾ ਹੈ। ਤਾਂ ਯਹੋਵਾ ਪਰਮੇਸ਼ਰ ਨੇ ਆਦਮੀ ਤੇ ਉਹਦੀ ਤੀਵੀ ਲਈ ਚਮੜੇ ਦੇ ਚੋਲੇ ਬਣਾ ਕੇ ਉਹਨਾਂ ਨੂੰ ਪਵਾਏ। ਤਦ ਯਹੋਵਾ ਪਰਮੇਸ਼ਰ ਨੇ ਆਖਿਆ, ਵੇਖੋ ਆਦਮੀ ਭਲੇ ਬੁਰੇ ਦੀ ਸਿਆਣ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ, ਅਤੇ ਹੁਣ ਅਜਿਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਬਿਰਛ ਤੋਂ ਵੀ ਲੈ ਕੇ ਖਾਵੇ ਅਤੇ ਸਦਾ ਜਿਉਂਦਾ ਰਹੇ। ਸੋ ਯਹੋਵਾ ਪਰਮੇਸ਼ਰ ਨੇ ਉਹਨੂੰ ਆਦਨ ਦੇ ਬਾਗੋਂ ਕੱਢ ਦਿੱਤਾ ਤਾਂ ਜੋ ਉਹ ਉਸ ਜ਼ਮੀਨ ਨੂੰ ਵਾਹੇ ਜਿਸ ਤੋਂ ਉਹ ਕੱਢਿਆ ਗਿਆ ਸੀ। ਸੋ ਉਸਨੇ ਆਦਮੀ ਨੂੰ ਕੱਢ ਦਿੱਤਾ ਅਤੇ ਉਸਨੇ ਆਦਨ ਦੇ ਬਾਗ ਦੇ ਚੜ੍ਹਦੇ ਪਾਸੇ ਦੂਤਾਂ ਨੂੰ ਅਤੇ ਚੌਪਾਸੇ ਘੁੰਮਣ ਵਾਲੇ ਕੰਡੇ ਦੀ ਲਸਕ ਨੂੰ ਰੱਖਿਆ ਤਾਂ ਜੋ ਉਹ ਜੀਵਨ ਦੇ ਬਿਰਛ ਦੇ ਰਾਹ ਦੀ ਰਾਖੀ ਕਰਨ। ਲੇਵੀਆਂ ਦੀ ਪੋਥੀ ਅਧਿਆਇ 5। ਜੇ ਕੋਈ ਪ੍ਰਾਣੀ ਅਜਿਹਾ ਪਾਪ ਕਰੇ ਜੋ ਉਗਾ ਹੋਵੇ ਅਤੇ ਸੋਚ ਚੁੱਕਣ ਦਾ ਸ਼ਬਦ ਸੁਣੇ, ਭਾਵੇਂ ਉਸਨੇ ਡਿੱਠਾ ਹੈ ਤਾਂ ਜਾਣਿਆ ਹੈ, ਪਰ ਉਹ ਨਾ ਦੱਸੇ ਤਾਂ ਉਹ ਦੋਸ਼ੀ ਠਹਿਰੇਗਾ। ਜਾਂ ਜੇ ਕੋਈ ਪ੍ਰਾਣੀ ਕਿਸੇ ਅਪਵਿੱਤਰ ਵਸਤੂ ਨੂੰ ਛੋਹੇ, ਭਾਵੇਂ ਅਪਵਿੱਤਰ ਪਸ਼ੂ ਦੀ ਲੋਥ ਜਾਂ ਅਪਵਿੱਤਰ ਡੰਗਰ ਦੀ ਲੋਥ ਜਾਂ ਅਪਵਿੱਤਰ ਕੀੜਿਆਂ ਦੀ ਲੋਥ, ਅਤੇ ਉਹ ਉਸ ਨੂੰ ਮਾਲੂਮ ਨਾ ਹੋਵੇ, ਉਹ ਵੀ ਅਪਵਿੱਤਰ ਅਤੇ ਦੋਸ਼ੀ ਠਹਿਰੇਗਾ। ਜਾਂ ਜੇ ਉਹ ਮਨੁੱਖ ਦੀ ਕਿਸੇ ਗੰਦਗੀ, ਭਾਵੇਂ ਕੋਈ ਗੰਦਗੀ ਹੋਵੇ ਜਿਸ ਤੋਂ ਮਨੁੱਖ ਅਪਵਿੱਤਰ ਹੁੰਦਾ ਹੈ, ਚੋਹੇ ਅਤੇ ਉਸ ਨੂੰ ਖਬਰ ਨਾ ਹੋਵੇ, ਜਿਸ ਵੇਲੇ ਉਸ ਨੂੰ ਖਬਰ ਹੋਵੇ ਤਾਂ ਉਹ ਦੋਸ਼ੀ ਠਹਿਰੇਗਾ। ਜਾਂ ਜੇ ਕੋਈ ਪ੍ਰਾਣੀ ਕੂੜ ਪੁਣੇ ਨਾਲ ਸੌ ਚੁੱਕੇ ਅਤੇ ਆਪਣੀਆਂ ਹੋਠਾਂ ਨਾਲ ਬੁਰਿਆਈ ਕਰਨ ਜਾਂ ਭਲਾਈ ਕਰਨ ਦਾ ਬਚਨ ਦੇਵੇ, ਭਾਵੇਂ ਕੁਝ ਹੋਵੇ ਜੋ ਮਨੁੱਖ ਤੋਂ ਕੂੜ ਪੁਣੇ ਦੀ ਸੌ ਨਾਲ ਹੁੰਦਾ ਹੈ, ਅਤੇ ਉਹ ਉਸ ਨੂੰ ਖਬਰ ਨਾ ਹੋਵੇ, ਜਿਸ ਵੇਲੇ ਉਸ ਨੂੰ ਖਬਰ ਹੋਵੇ, ਤਦ ਉਹ ਜਿਨ੍ਹਾਂ ਗੱਲਾਂ ਵਿੱਚੋਂ ਇੱਕ ਦਾ ਦੋਸ਼ੀ ਠਹਿਰੇਗਾ। ਅਤੇ ਐਂ ਹੋਵੇਗਾ ਤਾਂ ਉਹ ਇਨ੍ਹਾਂ ਗੱਲਾਂ ਵਿੱਚੋਂ ਇੱਕ ਦਾ ਦੋਸ਼ੀ ਠਹਿਰੇ ਤਾਂ ਉਹ ਮੰਨ ਲਵੇ ਜੋ ਮੈਂ ਇਸ ਗੱਲ ਵਿੱਚ ਪਾਪ ਕੀਤਾ ਹੈ, ਅਤੇ ਉਹ ਆਪਣੇ ਪਾਪ ਦੇ ਲਈ ਜੋ ਉਸਨੇ ਕੀਤਾ ਹੈ ਇੱਜੜ ਵਿੱਚੋਂ ਇੱਕ ਲੇਲੀ ਜਾਂ ਬੱਕਰੀਆਂ ਦੀ ਪੱਟ ਦੋਸ਼ੀ ਦੀ ਭੇਂਟ ਕਰਕੇ ਯਹੋਵਾ ਦੇ ਅੱਗੇ ਲਿਆਵੇ, ਅਤੇ ਜਾਜਕ ਉਸ ਦੇ ਪਾਪ ਦੇ ਲਈ ਪ੍ਰਾਸ਼ਚਿਤ ਕਰੇ। ਤੇ ਜੇ ਉਹ ਇੱਕ ਲੇਲਾ ਲਿਆ ਨਾ ਸਕੇ ਤਾਂ ਉਹ ਆਪਣੇ ਪਾਪ ਦੇ ਲਈ ਜੋ ਉਸਨੇ ਕੀਤਾ ਹੈ 2 ਘੁੱਗੀਆਂ ਜਾਂ 2 ਕਬੂਤਰਾਂ ਦੇ ਬੱਚੇ ਯਹੋਵਾ ਦੇ ਅੱਗੇ ਦੋਸ਼ ਦੀ ਭੇਂਟ ਕਰਕੇ ਲਿਆਵੇ, ਇੱਕ ਪਾਪ ਦੀ ਭੇਂਟ ਦੇ ਲਈ ਅਤੇ ਦੂਜੀ ਹੋਮ ਦੀ ਭੇਂਟ ਦੇ ਲਈ, ਅਤੇ ਉਹਨਾਂ ਨੂੰ ਜਾਜਕ ਕੋਲ ਲਿਆਵੇ, ਅਤੇ ਉਹ ਪਾਪ ਦੇ ਲਈ ਜਿਹੜੀ ਭੇਂਟ ਹੈ ਉਸ ਨੂੰ ਪਹਿਲੇ ਚੜਾਵੇ, ਅਤੇ ਉਸ ਦੇ ਗਲੇ ਤੋਂ ਉਸ ਦਾ ਸਿਰ ਮਰੋੜ ਲਵੇ, ਪਰ ਉਸ ਨੂੰ ਚੀਰ ਕੇ ਅੱਡੋ ਅੱਡ ਨਾ ਕਰੇ, ਅਤੇ ਉਸ ਪਾਪ ਦੀ ਭੇਂਟ ਦੇ ਲਹੂ ਤੋਂ ਜਗਵੇਦੀ ਦੇ ਇੱਕ ਪਾਸੇ ਕੁਝ ਚਿਣਕੇ ਅਤੇ ਰਹਿੰਦਾ ਲਹੂ ਜਗਵੇਦੀ ਦੇ ਹੇਠ ਡੋਲਿਆ ਜਾਵੇ। ਇਹ ਪਾਪ ਦੀ ਭੇਂਟ ਹੈ। ਅਤੇ ਉਹ ਦੂਜੀ ਨੂੰ ਹੋਮ ਬਲੀ ਕਰਕੇ ਮਰਜ਼ਾਦਾ ਦੇ ਅਨੁਸਾਰ ਚੜਾਵੇ, ਅਤੇ ਜਾਜਕ ਉਸ ਦੇ ਪਾਪ ਦੇ ਲਈ ਜੋ ਉਸਨੇ ਕੀਤਾ ਹੈ ਉਸ ਦਾ ਪ੍ਰਾਇਸ਼ਚਿਤ ਕਰੇ, ਅਤੇ ਉਹਦੀ ਕੀਮਾ ਹੋ ਜਾਵੇਗੀ। ਪਰ ਜੇ ਉਹ 2 ਘੁੱਗੀਆਂ ਜਾਂ 2 ਕਬੂਤਰਾਂ ਦੇ ਬੱਚੇ ਨਾ ਲਿਆ ਸਕੇ ਤਾਂ ਉਹ ਜੋ ਪਾਪੀ ਹੈ ਸੋ ਆਪਣੀ ਭੇਂਟ ਵਿੱਚ ਇੱਕ ਮੈਦੇ ਦੇ ਏਫਾ ਦਾ 10ਵਾਂ ਹਿੱਸਾ ਪਾਪ ਦੀ ਭੇਂਟ ਕਰਕੇ ਲਿਆਵੇ। ਉਹ ਉਸ ਦੇ ਉੱਤੇ ਤੇਲ ਨਾ ਪਾਵੇ
ਨਾ ਉਸ ਦੇ ਉੱਤੇ ਲੁਬਾਨ ਤਰੇ, ਕਿਉਂ ਜੋ ਉਹ ਪਾਪ ਦੀ ਭੇਂਟ ਹੈ। ਤਾਂ ਉਹ ਉਸ ਨੂੰ ਜਾਜਕ ਕੋਲ ਲਿਆਵੇ ਅਤੇ ਜਾਜਕ ਉਸ ਤੋਂ ਇੱਕ ਮੁੱਠ ਭਰ ਕੇ ਸਿਮਰਨ ਦੇ ਲਈ ਉਸ ਨੂੰ ਜਗਵੇਦੀ ਉੱਤੇ ਯਹੋਵਾ ਦੇ ਅੱਗੇ ਅੱਗ ਦੀਆਂ ਭੇਂਟਾਂ ਦੇ ਉੱਤੇ ਸਾੜੇ। ਇਹ ਪਾਪ ਦੀ ਭੇਂਟ ਹੈ ਅਤੇ ਜਾਜਕ ਉਸ ਦੇ ਪਾਪ ਲਈ ਜੋ ਉਸਨੇ ਇਨ੍ਹਾਂ ਗੱਲਾਂ ਵਿੱਚੋਂ ਇੱਕ ਦਾ ਪਾਪ ਕੀਤਾ ਪ੍ਰਾਸ਼ਚਿਤ ਕਰੇ ਅਤੇ ਉਸ ਦੀ ਕੀਮਾ ਹੋ ਜਾਵੇਗੀ। ਮੈਦੇ ਦੀ ਭੇਂਟ ਵਰਗਾ ਰਹਿੰਦਾ ਹੁੰਦਾ ਜਾਜਕ ਦਾ ਹੋਵੇ। ਅਤੇ ਯਹੋਵਾ ਮੂਸਾ ਨੂੰ ਬੋਲਿਆ, ਜੇ ਕੋਈ ਪ੍ਰਾਣੀ ਦੋਸ਼ ਕਰੇ ਅਤੇ ਯਹੋਵਾ ਦੀਆਂ ਪਵਿੱਤਰ ਗੱਲਾਂ ਵਿੱਚ ਅਣਜਾਣ ਹੋ ਕੇ ਪਾਪ ਕਰੇ ਤਾਂ ਉਹ ਯਹੋਵਾ ਦੇ ਅੱਗੇ ਇੱਜੜਾਂ ਵਿੱਚੋਂ ਇੱਕ ਬੱਚ ਤੋਂ ਰਹਿਤ ਚਤਰਾ ਲਿਆਵੇ ਅਤੇ ਤੂੰ ਚਾਂਦੀ ਦੀਆਂ ਸਕਲਾਂ ਦੇ ਲੇਖੇ ਤੋਂ ਪਵਿੱਤਰ ਅਸਥਾਨ ਦੇ ਸਕਲ ਅਨੁਸਾਰ ਦੋਸ਼ ਦੀ ਭੇਂਟ ਕਰਕੇ ਉਸ ਦਾ ਮੁੱਲ ਠਹਿਰਾਵੀ ਅਤੇ ਉਸਨੇ ਉਸ ਪਵਿੱਤਰ ਗਲ ਵਿੱਚ ਜਿਹੜਾ ਕਾਂਟਾ ਪਾਇਆ ਸੋ ਉਸ ਦਾ ਬੱਟਾ ਦੇਵੇ। ਨਾਲੇ ਇੱਕ ਪੰਜਵਾਂ ਹਿੱਸਾ ਹੋਰ ਪਾ ਕੇ ਜਾਜਕ ਨੂੰ ਦੇਵੇ ਅਤੇ ਜਾਜਕ ਦੋਸ਼ ਦੀ ਭੇਂਟ ਦੇ ਚਤਰੇ ਨਾਲ ਉਸ ਦੇ ਲਈ ਪ੍ਰਾਸ਼ਚਿਤ ਕਰੇ ਅਤੇ ਉਹਦੀ ਕੀਮਾ ਹੋ ਜਾਵੇਗੀ। ਜੇ ਕੋਈ ਪ੍ਰਾਣੀ ਪਾਪ ਕਰੇ ਅਤੇ ਯਹੋਵਾ ਦੀਆਂ ਆਗਿਆਂ ਵਿੱਚ ਜਿਹੜੀਆਂ ਕਰਨ ਯੋਗ ਨਹੀਂ ਹਨ, ਉਹਨਾਂ ਗੱਲਾਂ ਵਿੱਚੋਂ ਕਿਸੇ ਨੂੰ ਕਰੇ, ਭਾਵੇਂ ਉਸ ਨੂੰ ਖਬਰ ਵੀ ਨਾ ਹੋਵੇ, ਤਾਂ ਵੀ ਉਹ ਦੋਸ਼ੀ ਹੈ ਅਤੇ ਆਪਣਾ ਪਾਪ ਚੁੱਕੇ ਅਤੇ ਉਹ ਇੱਜੜ ਵਿੱਚੋਂ ਫੱਜ ਤੋਂ ਰਹਿਤ ਇੱਕ ਚਤਰਾ ਤੇਰੇ ਮੁੱਲ ਠਹਿਰਾਉਣ ਦੇ ਅਨੁਸਾਰ ਦੋਸ਼ ਦੀ ਭੇਂਟ ਲਈ ਜਾਜਕ ਕੋਲ ਲਿਆਵੇ ਅਤੇ ਜਾਜਕ ਉਸ ਦੇ ਲਈ ਉਸ ਅਣਜਾਣ ਪੁਣੇ ਦੀ ਜਿਸ ਦੇ ਵਿੱਚ ਉਸਨੇ ਪਾਪ ਕੀਤਾ ਸੀ ਅਤੇ ਉਸ ਨੂੰ ਖਬਰ ਨਹੀਂ ਹੋਈ ਸੀ ਪ੍ਰਾਸ਼ਚਿਤ ਕਰੇ ਅਤੇ ਉਸ ਨੂੰ ਕੀਮਾ ਹੋ ਜਾਵੇਗੀ। ਇਹ ਦੋਸ਼ ਦੀ ਭੇਂਟ ਹੈ, ਉਸ ਯਹੋਵਾ ਦੇ ਅੱਗੇ ਜ਼ਰੂਰ ਪਾਪ ਕੀਤਾ। ਲੇਵੀਆਂ ਦੀ ਪੋਥੀ ਅਧਿਆਇ 6। ਯਹੋਵਾ ਮੂਸਾ ਨੂੰ ਬੋਲਿਆ ਕਿ ਜੇ ਕੋਈ ਪ੍ਰਾਣੀ ਪਾਪ ਕਰੇ ਅਤੇ ਯਹੋਵਾ ਦੇ ਅੱਗੇ ਦੋਸ਼ ਕਰੇ ਅਤੇ ਉਸ ਵਿੱਚੋਂ ਜੋ ਉਸ ਕੋਲ ਗਹਿਣਾ ਰੱਖਿਆ ਸੀ ਆਪਣੇ ਗੁਆਂਢੀ ਨੂੰ ਝੂਠ ਆ ਕੇ ਜਾਂ ਵਾਅਦੇ ਵਿੱਚ ਜਾਂ ਠੱਗੀ ਵਿੱਚ ਜਾਂ ਆਪਣੇ ਗੁਆਂਢੀ ਨਾਲ ਸਖਤੀ ਕੀਤੀ ਹੋਵੇ ਜਾਂ ਉਸ ਵਸਤੂ ਨੂੰ ਜਿਹੜੀ ਗੁਆਚ ਗਈ ਹੋਵੇ ਲੱਭੇ ਅਤੇ ਉਸ ਦੇ ਉੱਤੇ ਝੂਠ ਆ ਕੇ ਅਤੇ ਝੂਠ ਦੀ ਸਹੁੰ ਚੁੱਕੇ, ਇਨ੍ਹਾਂ ਸਭਨਾਂ ਗੱਲਾਂ ਵਿੱਚ ਮਨੁੱਖ ਪਾਪ ਜੋ ਕਰੇ ਤਾਂ ਅਜਿਹਾ ਹੋਵੇਗਾ। ਇਸ ਲਈ ਜੋ ਉਸਨੇ ਪਾਪ ਕੀਤਾ ਅਤੇ ਦੋਸ਼ੀ ਹੋਇਆ ਤਾਂ ਉਸ ਵਸਤੂ ਨੂੰ ਜੋ ਉਸਨੇ ਖੋਹ ਲਈ ਸੀ ਜਾਂ ਉਹ ਵਸਤੂ ਜੋ ਉਸਨੂੰ ਛਲ ਨਾਲ ਮਿਲੀ ਹੈ ਜਾਂ ਉਹ ਜੋ ਉਸਦੇ ਕੋਲ ਅਮਾਨ ਰੱਖਿਆ ਹੈ ਜਾਂ ਉਹ ਗੁਆਚੀ ਹੋਈ ਵਸਤੂ ਜੋ ਉਸਨੇ ਲੱਭੀ ਹੈ ਸੋ ਮੋੜ ਦੇਵੇ ਜਾਂ ਉਹ ਸਾਰਾ ਜਿਸ ਦੇ ਵਿੱਚ ਉਸਨੇ ਝੂਠੀ ਸਹੁੰ ਚੁੱਕੀ ਉਹ ਉਸ ਨੂੰ ਉਸੇ ਤਰ੍ਹਾਂ ਸਾਰਾ ਮੋੜ ਦੇਵੇ ਅਤੇ ਉਸ ਦੇ ਨਾਲ ਵੀ ਇੱਕ ਪੰਜਵਾਂ ਹਿੱਸਾ ਹੋਰ ਪਾ ਕੇ ਉਸ ਨੂੰ ਜਿਸ ਦਾ ਹੈ ਦੇ ਦੇਵੇ ਆਪਣੇ ਪਾਪ ਦੀ ਭੇਂਟ ਦੇ ਦਿਹਾੜੇ ਵਿੱਚ ਅਤੇ ਉਹ ਆਪਣੇ ਦੋਸ਼ ਦੀ ਭੇਂਟ ਵਿੱਚ ਯਹੋਵਾ ਦੇ ਅੱਗੇ ਇੱਜੜ ਵਿੱਚੋਂ ਫੱਜ ਤੋਂ ਰਹਿਤ ਇੱਕ ਚਤਰਾ ਤੇਰੇ ਮੁੱਲ ਦੇ ਅਨੁਸਾਰ ਦੋਸ਼ ਦੀ ਭੇਂਟ ਕਰਕੇ ਜਾਜਕ ਦੇ ਕੋਲ ਲਿਆਵੇ ਅਤੇ ਜਾਜਕ ਉਸ ਦੇ ਲਈ ਯਹੋਵਾ ਦੇ ਅੱਗੇ ਪ੍ਰਾਸ਼ਚਿਤ ਕਰੇ ਅਤੇ ਜਿਸ ਦੇ ਵਿੱਚ ਉਸਨੇ ਪਾਪ ਕੀਤਾ ਹੈ ਸੋ ਸਭ ਕੁਝ ਵੀ ਕੀਮਾ ਉਸ ਨੂੰ ਹੋ ਜਾਵੇਗੀ। ਅਤੇ ਯਹੋਵਾ ਮੂਸਾ ਨੂੰ ਬੋਲਿਆ ਕਿ ਹਾरून ਅਤੇ ਉਸ ਦੇ ਪੁੱਤਰ ਨੂੰ ਇਹ ਆਖ ਕੇ ਆਗਿਆ ਦੇਵੀ, ਹੋਮ ਦੀ ਭੇਂਟ ਦੀ ਵਿਵਸਥਾ ਇਹ ਹੈ, ਇਸ ਕਰਕੇ ਹੋਮ ਦੀ ਭੇਂਟ ਹੈ ਜੋ ਜਗਵੇਦੀ ਦੇ ਉੱਤੇ ਸਾਰੀ ਰਾਤ ਸਵੇਰ ਤੋੜੀ ਸੜਦੀ ਰਹਿੰਦੀ ਹੈ ਅਤੇ ਜਗਵੇਦੀ ਦੀ ਅੱਗ ਉਸ ਦੇ ਵਿੱਚ ਸੜਦੀ ਹੋਵੇ।
ਅਤੇ ਜਾਜਕ ਆਪਣੇ ਕਤਾਨ ਦੇ ਵਸਤਰ ਪਹਿਨ ਲਵੇ ਅਤੇ ਆਪਣੀ ਕਤਾਨ ਦੀ ਕੱਚ ਆਪਣੇ ਸਰੀਰ ਉੱਤੇ ਪਾ ਕੇ ਜਿਹੜੀ ਹੋਮ ਬਲੀ ਦੇ ਨਾਲ ਜਗਵੇਦੀ ਉੱਤੇ ਅੱਗ ਨੇ ਭਸਮ ਕਰ ਲਈ ਹੈ, ਉਹ ਸੁਆ ਚੁੱਕ ਕੇ ਜਗਵੇਦੀ ਦੇ ਇੱਕ ਪਾਸੇ ਰੱਖ ਦੇਵੇ ਅਤੇ ਉਹ ਆਪਣੇ ਵਸਤਰ ਲਾ ਲਵੇ ਅਤੇ ਹੋਰ ਲੀੜੇ ਪਾ ਕੇ ਉਸ ਸੁਆ ਨੂੰ ਡੇਰਿਆਂ ਤੋਂ ਬਾਹਰ ਸੁਧਰੀ ਥਾਂ ਵਿੱਚ ਲੈ ਜਾਵੇ ਅਤੇ ਜਗਵੇਦੀ ਦੇ ਉੱਤੇ ਜਿਹੜੀ ਅੱਗ ਹੈ ਸੋ ਉਸ ਦੇ ਵਿੱਚ ਬਲਦੀ ਰਹੇ, ਉਹ ਕਦੇ ਨਾ ਬੁਝਾਈ ਜਾਵੇ ਅਤੇ ਜਾਜਕ ਸਵੇਰ ਦੇ ਵੇਲੇ ਸਦਾ ਉਸ ਦੇ ਉੱਤੇ ਲੱਕੜਾਂ ਬਾਲਣ ਅਤੇ ਉਸ ਦੇ ਉੱਤੇ ਹੋਮ ਦੀ ਭੇਟ ਸੁਧਾਰ ਕੇ ਰੱਖੇ ਅਤੇ ਉਹ ਉਸ ਦੇ ਉੱਤੇ ਸੁੱਖ ਸ਼ਾਂਤੀ ਦੀਆਂ ਭੇਟਾਂ ਦੀ ਚਰਬੀ ਸਾੜੇ। ਜਗਵੇਦੀ ਦੇ ਉੱਤੇ ਅੱਗ ਸਦਾ ਬਲਦੀ ਰਹੇ, ਉਹ ਕਦੀ ਨਾ ਬੁਝੇ। ਮੈਦੇ ਦੀ ਭੇਟ ਦੀ ਵਿਵਸਥਾ ਇਹ ਹੈ, ਹਾਰੂਨ ਦੇ ਪੁੱਤਰ ਯਹੋਵਾ ਦੇ ਅੱਗੇ ਜਗਵੇਦੀ ਦੇ ਮੋਹਰੇ ਉਸ ਨੂੰ ਚੜਾਉਣ ਅਤੇ ਉਸ ਤੋਂ ਇੱਕ ਮੁੱਠ ਭਰ ਕੇ ਅਰਥਾਤ ਉਸ ਮੈਦੇ ਦੀ ਭੇਟ ਦੇ ਮੈਦੇ ਤੋਂ ਅਤੇ ਉਸ ਦੇ ਤੇਲ ਤੋਂ ਅਤੇ ਸਾਰੇ ਲੁਬਾਨ ਤੋਂ ਜੋ ਮੈਦੇ ਦੀ ਭੇਂਟ ਉੱਤੇ ਹੈ ਉਸ ਨੂੰ ਯਹੋਵਾ ਦੇ ਅੱਗੇ ਸਿਮਰਨ ਲਈ ਸੁੰਗਬਤਾ ਕਰਕੇ ਜਗਵੇਦੀ ਦੇ ਉੱਤੇ ਸਾੜੇ ਅਤੇ ਜੋ ਉਸ ਤੋਂ ਵਧੇ ਸੋ ਹਾਰੂਨ ਅਤੇ ਉਸ ਦੇ ਪੁੱਤਰ ਖਾਣ। ਉਹ ਪਤੀਰੀ ਰੋਟੀ ਨਾਲ ਪਵਿੱਤਰ ਥਾਂ ਵਿੱਚ ਖਾਧੀ ਜਾਵੇ, ਉਹ ਮੰਡਲੀ ਦੇ ਡੇਰੇ ਦੇ ਛਪਟੇ ਵਿੱਚ ਉਸ ਨੂੰ ਖਾਣ, ਉਹ ਖਮੀਰ ਨਾਲ ਪਕਾਇਆ ਨਾ ਜਾਵੇ। ਮੈਂ ਉਸ ਨੂੰ ਅੱਗ ਦੀਆਂ ਆਪਣੀਆਂ ਭੇਂਟਾਂ ਵਿੱਚੋਂ ਉਸ ਨੂੰ ਉਹਨਾਂ ਦਾ ਭਾਗ ਠਹਿਰਾ ਕੇ ਦਿੱਤਾ ਹੈ। ਇਹ ਜਿਹੀ ਪਾਪ ਦੀ ਭੇਟ ਤੇ ਜਿਹੀ ਦੋਸ਼ੀ ਦੀ ਭੇਟ ਅਤੇ ਪਵਿੱਤਰ ਹੈ। ਹਾਰੂਨ ਦੀ ਸੰਤਾਨ ਵਿੱਚੋਂ ਸਭੇ ਪੁਰਸ਼ ਉਸ ਤੋਂ ਖਾਣ। ਇਹ ਯਹੋਵਾ ਦੀਆਂ ਅੱਗ ਦੀਆਂ ਭੇਂਟਾਂ ਵਿੱਚੋਂ ਤੁਹਾਡੀਆਂ ਪੀੜ੍ਹੀਆਂ ਤੀਕਰ ਇੱਕ ਸਦਾ ਦੀ ਵਿਧੀ ਹੋਵੇ, ਜੋ ਉਹਨਾਂ ਨੂੰ ਚੋਹੇ ਸੋ ਪਵਿੱਤਰ ਹੋਵੇ। ਯਹੋਵਾ ਮੂਸਾ ਨਾਲ ਬੋਲਿਆ ਕਿ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਭੇਂਟ ਜੋ ਉਹਨਾਂ ਨੂੰ ਉਸ ਦੇ ਮਸਾ ਕਰਨ ਦੇ ਦਿਨ ਵਿੱਚ ਯਹੋਵਾ ਦੇ ਅੱਗੇ ਚੜਾਉਣੀ ਹੈ, ਸੋ ਇਹ ਹੈ ਇੱਕ ਸਦਾ ਦੀ ਮੈਦੇ ਦੀ ਭੇਂਟ ਦੇ ਲਈ ਮੈਦੇ ਦੀ ਇੱਕ ਯਫਾ ਦਾ 10ਵਾਂ ਹਿੱਸਾ, ਅੱਧਾ ਸਵੇਰ ਨੂੰ ਤੇ ਅੱਧਾ ਰਾਤ ਨੂੰ। ਇੱਕ ਤਵੀ ਵਿੱਚ ਉਹ ਤੇਲ ਨਾਲ ਬਣਾਈ ਜਾਵੇ ਅਤੇ ਜਾਂ ਪੱਕ ਜਾਏ ਤਾਂ ਤੂੰ ਉਸ ਨੂੰ ਅੰਦਰ ਲੈ ਜਾਵੀ ਅਤੇ ਮੈਦੇ ਦੀ ਭੇਂਟ ਦੇ ਪਕਾਏ ਹੋਏ ਟੋਟੇ ਤੂੰ ਯਹੋਵਾ ਦੇ ਅੱਗੇ ਸੁੰਗਬਤਾ ਕਰਕੇ ਚੜਾਵੀ ਅਤੇ ਉਸ ਦੇ ਪੁੱਤਰਾਂ ਵਿੱਚੋਂ ਜਿਸ ਜਾਜਕ ਨੂੰ ਉਸ ਦੀ ਥਾਂ ਵਿੱਚ ਮਸਾ ਕਰਨ ਹੈ ਉਸ ਨੂੰ ਚੜਾਵੇ। ਇਹ ਯਹੋਵਾ ਦੇ ਅੱਗੇ ਇੱਕ ਸਦਾ ਦੀ ਵਿਧੀ ਹੈ। ਉਹ ਸਮੁੱਚਾ ਸਾੜਿਆ ਜਾਵੇ, ਕਿਉਂ ਜੋ ਜਾਜਕ ਦੇ ਲਈ ਸਭੇ ਮੈਦੇ ਦੀਆਂ ਭੇਟਾਂ ਸਮੁੱਚਾ ਸਾੜਿਆ ਜਾਣ, ਉਹ ਖਾਧੀਆਂ ਨਾ ਜਾਣ। ਯਹੋਵਾ ਮੂਸਾ ਨਾਲ ਬੋਲਿਆ ਕਿ ਹਾਰੂਨ ਅਤੇ ਉਸ ਦੇ ਪੁੱਤਰਾਂ ਨਾਲ ਬੋਲ ਕਿ ਪਾਪ ਦੀ ਭੇਂਟ ਦੀ ਵਿਵਸਥਾ ਇਹ ਹੈ, ਜਿੱਤੇ ਹੋਮ ਦੀ ਭੇਂਟ ਕੱਟੀ ਜਾਂਦੀ ਹੈ ਉੱਤੇ ਪਾਪ ਦੀ ਭੇਂਟ ਦੀ ਯਹੋਵਾ ਦੇ ਅੱਗੇ ਕੱਟੀ ਜਾਏ। ਇਹ ਅਤ ਪਵਿੱਤਰ ਹੈ। ਜਿਹੜਾ ਜਾਜਕ ਉਸ ਨੂੰ ਪਾਪ ਦੇ ਲਈ ਚੜਾਵੇ ਸੋ ਉਸ ਨੂੰ ਖਾਵੇ। ਉਹ ਮੰਡਲੀ ਦੇ ਡੇਰੇ ਦੇ ਚਪੇਟੇ ਵਿੱਚ ਪਵਿੱਤਰ ਥਾਂ ਵਿੱਚ ਖਾਤੀ ਜਾਵੇ। ਜੋ ਕੁਝ ਉਸ ਦੇ ਮਾਸ ਨੂੰ ਚੋਹੇ ਸੋ ਪਵਿੱਤਰ ਹੋਵੇ ਅਤੇ ਜੇ ਉਸ ਦੇ ਲਹੂ ਦੀ ਕਿਸੇ ਲੀੜੇ ਉੱਤੇ ਚਿੱਟ ਪੈ ਜਾਵੇ ਤਾਂ ਤੂੰ ਉਸ ਨੂੰ ਜਿਸ ਦੇ ਉੱਤੇ ਚਿੱਟ ਪਈ ਪਵਿੱਤਰ ਥਾਂ ਵਿੱਚ ਧੋ ਸੁੱਟੀ, ਪਰ ਮਿੱਟੀ ਦੀ ਹਾਂਡੀ ਜਿਸ ਦੇ ਵਿੱਚ ਉਹ ਰਿੰਨਿਆ ਹੈ ਸੋ ਪੰਨੀ ਜਾਏ ਅਤੇ ਜੇ ਉਹ ਕਿਸੇ ਪਿੱਤਲ ਦੀ ਹਾਂਡੀ ਵਿੱਚ ਰਿੰਨਿਆ ਹੋਵੇ ਤਾਂ ਨਾਲੇ ਉਸ ਨੂੰ ਮਾਂਜਣ ਨਾਲੇ ਪਾਣੀ ਨਾਲ ਧੋਣਾ। ਜਾਜਕਾਂ ਵਿੱਚੋਂ ਸਭੇ ਪੁਰਖ ਉਸ ਤੋਂ ਖਾਣ। ਇਹ ਅਤ ਪਵਿੱਤਰ ਹੈ ਅਤੇ
ਕੋਈ ਪਾਪ ਦੀ ਭੇਂਟ ਜਿਸ ਦਾ ਕੁਝ ਲਹੂ ਮੰਡਲੀ ਦੇ ਡੇਰੇ ਵਿੱਚ ਪਵਿੱਤਰ ਥਾਂ ਵਿੱਚ ਪ੍ਰਾਸ਼ਚਿਤ ਕਰਨ ਲਈ ਆਂਦਾ ਜਾਵੇ ਨਾ ਖਾਣਾ, ਉਹ ਅੱਗ ਵਿੱਚ ਸਾੜਿਆ ਜਾਵੇ। ਆਮੀਨ ਆਮੀਨ। ਮੱਤੀ ਦੀ ਇੰਜੀਲ ਅਧਿਆਇ 3। 19 ਦਿਨੀ ਯਹੂਨਾ ਬਪਤਿਸਮਾ ਦੇਣ ਵਾਲਾ ਆਣ ਕੇ ਯਹੂਦੀਆ ਦੇ ਉਜਾੜ ਵਿੱਚ ਪ੍ਰਚਾਰ ਕਰਦੇ ਹੋਏ ਕਹਿਣ ਲੱਗਾ, ਤੋਬਾ ਕਰੋ, ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ। ਕਿ ਇਹ ਉਹ ਹੈ ਜਿਹਦੇ ਵਿਖੇ ਯਸ਼ਯਾ ਨਬੀ ਦੀ ਜ਼ਬਾਨੀ ਆਖਿਆ ਗਿਆ ਸੀ, ਭਈ ਉਜਾੜ ਵਿੱਚ ਇੱਕ ਹੋਕਾ ਦੇਣ ਵਾਲੇ ਦੀ ਆਵਾਜ਼, ਭਈ ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ, ਉਹਦੇ ਰਾਹਾਂ ਨੂੰ ਸਿੱਧੇ ਕਰੋ। ਇਸ ਯੂਹੰਨਾ ਦੇ ਬਸਤਰ ਊਠ ਦੇ ਵਾਲਾਂ ਦੇ ਸਨ ਅਤੇ ਚੰਮ ਦੀ ਪੇਟੀ ਉਹਦੇ ਲੱਕ ਦੇ ਦੁਆਲੇ ਸੀ ਅਤੇ ਉਹਦਾ ਭੋਜਨ ਢਿੱਡੀਆਂ ਅਤੇ ਬਣਦਾ ਸਹਿਤ ਸੀ। ਤਦ ਯਰੂਸ਼ਲਮ ਅਤੇ ਸਾਰੇ ਯਹੂਦੀਆਂ ਅਤੇ ਯਰਦਨ ਦੇ ਸਭ ਲਾਂਭ ਚਾਂਬ ਦੇ ਰਹਿਣ ਵਾਲੇ ਉਹਦੇ ਕੋਲ ਚਲੇ ਆਉਂਦੇ ਸਨ ਅਤੇ ਆਪੋ ਆਪਣੇ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹਦੇ ਹੱਥੋਂ ਬਪਤਿਸਮਾ ਲੈਂਦੇ ਸਨ। ਪਰ ਜਾਂ ਉਹਨਾਂ ਨੇ ਵੇਖਿਆ ਜੋ ਫਰੀਸੀਆਂ ਅਤੇ ਸਦੂਕੀਆਂ ਵਿੱਚੋਂ ਬਥੇਰੇ ਮੈਥੋਂ ਬਪਤਿਸਮਾ ਲੈਣ ਨੂੰ ਆਉਂਦੇ ਹਨ, ਤਾਂ ਉਹਨਾਂ ਨੂੰ ਕਿਹਾ ਕਿ ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਣਾ ਕਿਹਨੂੰ ਦੱਸਿਆ। ਸੋ ਤੁਸੀਂ ਤੋਬਾ ਜੋਗ ਫਲ ਦਿਓ ਅਤੇ ਆਪਣੇ ਮਨ ਵਿੱਚ ਜਿਸ ਗੱਲ ਦੇ ਕਹਿਣ ਦੀ ਸੋਚ ਨਾ ਕਰੋ ਕਿ ਅਬਰਾਹਮ ਸਾਡਾ ਪਿਤਾ ਹੈ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ, ਭਈ ਪਰਮੇਸ਼ਰ ਅਬਰਾਹਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਬਾਲਕ ਪੈਦਾ ਕਰ ਸਕਦਾ ਹੈ। ਅਤੇ ਬਿਰਛਾਂ ਦੀ ਜੜ ਉੱਤੇ ਹੁਣ ਕੁਹਾੜਾ ਰੱਖਿਆ ਹੋਇਆ ਹੈ। ਸੋ ਹਰੇਕ ਬਿਰਛ ਜਿਹੜਾ ਅੱਛਾ ਫਲ ਨਹੀਂ ਦਿੰਦਾ, ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। ਮੈਂ ਤਾਂ ਤੁਹਾਨੂੰ ਤੋਬਾ ਦੇ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਜਿਹੜਾ ਮੇਰੇ ਪਿੱਛੋਂ ਆਉਣ ਵਾਲਾ ਹੈ ਉਹ ਮੈਥੋਂ ਬਲਵੰਤ ਹੈ ਅਤੇ ਮੈਂ ਉਹਦੀ ਜੁੱਤੀ ਚੁੱਕਣ ਦੇ ਯੋਗ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦਿਓ। ਉਹਦੀ ਤੰਗਲੀ ਉਹਦੇ ਹੱਥ ਵਿੱਚ ਹੈ ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਆਪਣੀ ਕਣਕ ਨੂੰ ਕੋਟੇ ਵਿੱਚ ਜਮਾ ਕਰੋ, ਪਰ ਤੂੜੀ ਨੂੰ ਉਸ ਅਗਨ ਵਿੱਚ ਸਾੜੇਗਾ ਜਿਹੜੀ ਪੁੱਜਣ ਵਾਲੀ ਨਹੀਂ। ਤਦ ਯਿਸੂ ਗਲੀਲ ਤੋਂ ਯਰਦਨ ਦੇ ਕੰਢੇ ਯੂਹੰਨਾ ਕੋਲ ਉਸ ਦੇ ਹੱਥੋਂ ਬਪਤਿਸਮਾ ਲੈਣ ਨੂੰ ਆਇਆ, ਪਰ ਯੂਹੰਨਾ ਨੇ ਇਹ ਕਹਿ ਕੇ ਉਸ ਨੂੰ ਰੋਕਿਆ, ਮੈਨੂੰ ਤਾਂ ਤੇਤੋਂ ਬਪਤਿਸਮਾ ਲੈਣ ਦੀ ਲੋੜ ਹੈ ਅਤੇ ਤੂੰ ਮੇਰੇ ਕੋਲ ਆਇਆ ਹੈ। ਪਰ ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਹੁਣ ਹੋਣ ਦਿਓ, ਕਿਉਂਕਿ ਸਾਨੂੰ ਯੋਗ ਹੈ ਜੋ ਸਾਰੇ ਧਰਮ ਨੂੰ ਇਸੇ ਤਰ੍ਹਾਂ ਪੂਰਾ ਕਰੀਏ। ਤਾਂ ਉਸ ਨੇ ਹੋਣ ਦਿੱਤਾ ਅਤੇ ਜਾਂ ਯਿਸੂ ਬਪਤਿਸਮਾ ਲੈ ਚੁੱਕਿਆ ਤਾਂ ਝੱਟ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ ਆਕਾਸ਼ ਉਹਦੇ ਲਈ ਖੁੱਲ ਗਿਆ ਅਤੇ ਉਹਨੇ ਪਰਮੇਸ਼ਰ ਦਾ ਆਤਮਾ ਕਬੂਤਰ ਵਾਂਗੂ ਉਤਰਦਾ ਅਤੇ ਆਪਣੇ ਉੱਤੇ ਆਉਂਦਾ ਦਿਖਾ। ਔਰ ਵੇਖੋ ਇੱਕ ਸਵਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ। ਆਮੀਨ ਆਮੀਨ। खुदा दे प्यारे, तुहानू सबना नू प्यार करी जय मसीह दी। मैं परमेश्वर का बहुत धन्यवाद करते हाँ। आज दे दिन परमेश्वर ने आपां नू दिता है। सो लगातार आपां जिस प्रकार वचन पढ़ते आउंदे हाँ, उस विचों आपां कुछ गल्लां नू आपां वेखीए। उत्पत्ति दी अध्याय 3। इस अध्याय दे विच आपां ये देखते हाँ कि तीवी ने उस बिरछ नू वेखिया अते ओ उस तीवी दे मन पाउण लगी, तां ओ उस बिरछ दी फल नू लेके खाधी, आप खाधी अते अपने पति नू भी दिती। इस विच सब तो बड़ा पहली पाप ये है, वो उस पाप वल निगाह मारी अते उस ओदी निगाह दे विच उस फल जो
है ਉਹਦੇ ਲਈ ਚੰਗਾ ਲੱਗੀ। ਕਈ ਵਾਰ ਆਪਾਂ ਵੀ ਕੁਝ ਚੀਜ਼ ਦੇ ਵਿੱਚ ਤਾਂ ਹੀ ਫਸਦੇ ਹਾਂ, ਆਪਾਂ ਨੂੰ ਲੱਗਦਾ ਹੈ ਕਿ ਉਹ ਲੋੜੀਦਾ ਹੈ, ਉਹ ਆਪਣੇ ਲਈ ਚੰਗਾ ਹੈ, ਉਹ ਆਪਣੀ ਜ਼ਰੂਰ ਹੈ ਸਮਝ ਕੇ ਆਪਾਂ ਉਸ ਪਾਪ ਵੱਲ ਡਿੱਗਦੇ ਹਾਂ, ਉਹਦੇ ਵਸ ਵਿੱਚ ਆਪਾਂ ਹੋ ਜਾਂਦੇ ਹਾਂ। ਪ੍ਰਭੂ ਦੇ ਪਿਆਰਿਓ, ਇਹ ਰੱਬ ਦੀ ਨਿਗਾਹ ਦੇ ਵਿੱਚ ਬਹੁਤ ਵੱਡੀ ਪਾਪ ਹੈ। ਅਣਆਗਿਆਕਾਰੀ ਨਾਲੋਂ ਵੱਧ ਕੇ ਇੱਕ ਚੀਜ਼ ਜਿਹੜਾ ਪ੍ਰਭੂ ਕਹਿੰਦਾ ਹੈ ਇਹ ਤੁਹਾਡੇ ਲਈ ਚੰਗਾ ਨਹੀਂ ਹੈ, ਪਰ ਉਸ ਚੀਜ਼ ਨੂੰ ਜੇ ਆਪਾਂ ਸੋਚੀਏ ਇਹ ਮੇਰੇ ਲਈ ਲੋੜੀਦਾ ਹੈ, ਉਹ ਬਹੁਤ ਵੱਡੀ ਪਾਪ ਹੈ। ਇਸ ਗੱਲ ਨੂੰ ਲੇਵੀਆਂ ਦੀ ਪੋਥੀ ਅਧਿਆਇ 5 ਅਤੇ 6 ਦੇ ਵਿੱਚ ਆਪਾਂ ਵੇਖ ਸਕਦੇ ਹਾਂ ਤੇ ਉਸ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ, ਇੱਕ ਅਪਵਿੱਤਰ ਚੀਜ਼ ਨੂੰ ਚੋਣਾ ਹੀ ਬਹੁਤ ਵੱਡੀ ਪਾਪ ਹੈ। ਉਸ ਉੱਤੇ ਦੋਸ਼ ਆਏ ਜਾਂਦਾ ਹੈ, ਫਿਰ ਉਹਨੂੰ ਪਾਇੰਦਾ ਹੈ ਕਿ ਦੋਸ਼ ਦਾ ਪੇਟ ਨੂੰ ਚੜਾਉਣ। ਦੇ ਤੀਸਰੇ ਅਧਿਆਇ ਦੇ ਵਿੱਚ ਟੀਵੀ ਨੇ ਉਸ ਅਪਵਿੱਤਰ ਫਲ ਨੂੰ, ਉਹ ਪਾਪ ਵਾਲੀ ਫਲ ਨੂੰ ਚੋਹੀ ਅਤੇ ਖਾਧੀ। ਉਸ ਤੋਂ ਬਾਅਦ ਆਪਣੇ ਪਤੀ ਨੂੰ ਕਵਾਈ। ਇਸ ਕਾਰਨ ਦੁਨੀਆ ਦੇ ਉੱਤੇ ਸਰਾਪ ਆ ਗਿਆ ਅਤੇ ਸਾਰੀ ਧਰਤੀ ਜੋ ਆਪਣੀ ਟਾਈਮ ਸਿਰ ਫਲ ਦੇਣਾ ਹੈ ਉਸ ਫਲ ਤੋਂ ਉਹ ਰੁਕਿਆ ਗਈ। ਜੇ ਧਰਤੀ ਹੋਵੇ ਤਾਂ ਇਦਾਂ ਹੋਣਾ ਚਾਹੀਦਾ ਹੈ ਕਿ ਉਸ ਵਿੱਚ ਹਰ ਪ੍ਰਕਾਰ ਦੀ ਬੀਜੇ ਤਾਂ ਉਹ ਉੱਗ ਪੈਣਾ ਚਾਹੀਦਾ ਹੈ ਅਤੇ ਉਹ ਮੁੜ ਕੇ 100 ਗੁਣੀ 1000 ਗੁਣੀ ਫਲ ਦੇਣਾ ਚਾਹੀਦਾ ਹੈ। ਪਰ ਜੇ ਵੇਖਿਆ ਜਾਵੇ ਆਦਮ ਨੂੰ ਪਰਮੇਸ਼ਰ ਕਹਿ ਰਿਹਾ, ਫਿਰ ਉਸਨੇ ਆਦਮੀ ਨੂੰ ਆਖਿਆ ਕਿ ਇਸੇ ਲਈ ਕਿ ਤੂੰ ਆਪਣੀ ਤੀਵੀ ਦੀ ਗੱਲ ਸੁਣੀ ਅਤੇ ਉਸ ਬਿਰਛ ਤੋਂ ਖਾਧਾ ਜਿਸ ਦੇ ਵਿਕੇ ਮੈਂ ਤੈਨੂੰ ਹੁਕਮ ਦਿੱਤਾ ਸੀ ਪਈ ਉਸ ਤੋਂ ਨਾ ਖਾਈ। ਸੋ ਜ਼ਮੀਨ ਤੇਰੇ ਕਾਰਨ ਸਰਾਪਤ ਹੋਈ, ਤੂੰ ਆਪਣੇ ਜੀਵਨ ਦੇ ਸਾਰੇ ਦਿਨ ਉਸ ਤੋਂ ਦੁੱਖ ਨਾਲ ਖਾਵੇਗਾ। ਉਹ ਖੰਡੇ ਆਰ ਕੰਡਿਆਲੇ ਤੇਰੇ ਲਈ ਉਗਾਵੇਗੀ ਅਤੇ ਤੂੰ ਪਹਿਲੇ ਦਾ ਸਾਗ ਪੱਤ ਖਾਵੇਗਾ। ਇਸ ਵਿੱਚ ਲਿਖਿਆ ਹੈ ਧਰਤੀ ਜੋ ਹੈ ਇਸ ਨੂੰ ਫਲ ਦੇਣਾ ਹੈ, ਪਰ ਫਲ ਦੇ ਬਦਲੇ ਕੁਝ ਔਰ ਚੀਜ਼ ਨੂੰ ਉਹ ਕੀ ਕਰੂਗੀ, ਉਗਾਵੇਗੀ ਅਤੇ ਉਹ ਕੀ ਕਰੇਗਾ, ਦੁੱਖਾਂ ਦੀ ਰੋਟੀ ਖਾਵੇਗਾ। ਕਿਉਂ? ਪਾਪ ਦੇ ਕਾਰਨ। ਆਪਾਂ ਜਦ ਦੋਸ਼ ਹੋ ਜਾਵਾਂਗੇ, ਜਦ ਪ੍ਰਭੂ ਆਪਾਂ ਨੂੰ ਕੁਝ ਕਹਿ ਰੱਖਦਾ ਹੈ, ਇਸ ਨੂੰ ਨਾ ਕਰਨ ਦਾ ਹੁਕਮ ਦੇ ਰੱਖਦਾ ਹੈ, ਜੇ ਉਸ ਨੂੰ ਆਪਾਂ ਕਰੇ ਤਾਂ ਜਿਸ ਬਿਜ਼ਨਸ ਆਪਾਂ ਕਰਦੇ ਹਾਂ, ਜਿਸ ਦੇ ਵਿੱਚ ਆਪਾਂ ਮਿਹਨਤ ਪਾਉਂਦੇ ਹਾਂ, ਉਸ ਕਮਾਈ ਦਾ ਫਲ ਨੂੰ ਆਪਾਂ ਪੂਰੀ ਤਰ੍ਹਾਂ ਖਾ ਨਹੀਂ ਸਕਾਂਗੇ। ਜਿਸ ਪ੍ਰਕਾਰ ਧਰਤੀ ਵੀ ਸਰਾਪਿਤ ਹੋ ਗਈ, ਉਸੇ ਪ੍ਰਕਾਰ ਜੇ ਆਪਾਂ ਪ੍ਰਭੂ ਦੇ ਕਹਿਣ ਤੋਂ ਪਰਾਂ ਹੋ ਕੇ ਕੁਝ ਗੱਲ ਕਰੇ ਤਾਂ ਆਪਣੇ ਜੋ ਮਿਹਨਤ ਵੀ ਸਰਾਪਿਤ ਹੋ ਜੂਗੀ। ਉਹਦੇ ਕਾਰਨ ਧਰਤੀ ਉੱਤੇ ਆਪਣੀ ਕਮਾਈ ਉੱਤੇ ਆਪਣੇ ਮਿਹਨਤ ਉੱਤੇ ਜੋ ਫਲ ਆਪਾਂ ਨੂੰ ਮਿਲਣਾ ਹੈ ਉਹ ਫਲ ਆਪਾਂ ਨੂੰ ਨਹੀਂ ਮਿਲਣਾ। ਪਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਉਹ ਸਭ ਕੁਝ ਕੀ ਹੋ ਜੂਗਾ, ਬਦਲ ਜਾਂਦਾ ਹੈ। ਜੇ ਵੇਖਿਆ ਜਾਵੇ ਮਤੀ ਦੀ ਇੰਜੀਲ ਅਧਿਆਇ 3 ਦੇ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ, ਪ੍ਰਭੂ ਯਿਸੂ ਮਸੀਹ ਯੂਹੰਨਾ ਬਪਤਿਸਮਾ ਦੇ ਕੋਲ ਆ ਰਿਹਾ, ਆਪ ਖੁਦ ਉਹਦੇ ਕੋਲੋਂ ਬਪਤਿਸਮਾ ਲੈਣ ਲਈ ਆ ਰਿਹਾ ਸੀ। ਯੂਹੰਨਾ ਬਪਤਿਸਮਾ ਦੇਣ ਵਾਲਿਆਂ ਦੇ ਮਨ ਦੇ ਵਿੱਚ ਇੱਕ ਚੀਜ਼ ਸੀ ਕਿ ਉਹ ਇਸ ਪ੍ਰਕਾਰ ਸੋਚਦਾ ਸੀ, ਮੈਂ ਪ੍ਰਭੂ ਯਿਸੂ ਮਸੀਹ ਦਾ ਉਸ ਜੁੱਤੀ ਨੂੰ ਚੁੱਕਣ ਦੇ ਯੋਗ ਵੀ ਮੈਂ ਨਹੀਂ ਹਾਂ। ਉਹ ਇਸ ਪ੍ਰਕਾਰ ਆਪਣੇ ਆਪ ਨੂੰ ਸਮਝਦਾ ਸੀ। ਪ੍ਰਭੂ ਯਿਸੂ ਮਸੀਹ ਕੀ ਕਹਿੰਦਾ ਹੈ, ਉਹਨੂੰ ਕਹਿੰਦਾ ਤੂੰ ਮੈਨੂੰ ਬਪਤਿਸਮਾ ਦਿਓ। ਪ੍ਰਭੂ ਯਿਸੂ ਮਸੀਹ ਯੂਹੰਨਾ ਬਪਤਿਸਮਾ ਦੇਣ ਵਾਲਿਆਂ ਨੂੰ ਇਹ ਦਰਸਾਉਂਦਾ ਹੈ ਕਿ ਚਾਹੇ ਤੂੰ ਆਪਣੇ ਆਪ ਨੂੰ ਮੇਰੇ ਤੋਂ ਛੋਟਾ ਸਮਝ ਲਵੇਂ, ਪਰ ਮੈਂ ਤੁਹਾਨੂੰ ਮੇਰੇ ਕੰਮ ਲਈ ਰਾਹ ਤਿਆਰ ਕਰਨ ਵਾਸਤੇ ਇੱਕ ਦਾਸ ਠਹਿਰਾ ਕੇ ਬਣਾਇਆ ਹੈ, ਇਸ ਲਈ ਤੂੰ ਮੇਰੇ ਲਈ ਬਹੁਤ ਹੀ ਖਾਸ ਹੈ। ਪ੍ਰਭੂ ਅੱਜ ਤੁਹਾਨੂੰ ਅਤੇ ਮੈਨੂੰ ਵੇਖ ਕੇ ਕਹਿੰਦਾ ਹੈ, ਚਾਹੇ ਤੁਹਾਡੇ ਵਿੱਚ ਅਤੇ ਮੇਰੇ ਵਿੱਚ ਕਿੰਨੇ ਬੜੇ ਪਾਪ ਵੀ ਹੋਣ, ਪਰ ਪ੍ਰਭੂ ਆਪਾਂ ਨੂੰ ਕਹਿੰਦਾ ਹੈ ਤੁਸੀਂ ਮੇਰੇ ਲਈ ਖਾਸ ਹੋ, ਤੁਸੀਂ ਮੇਰੇ ਲਈ ਖਾਸ ਹੋ, ਤੁਸੀਂ ਮੇਰੇ ਲਈ ਅਨਮੋਲ ਹੋ,
ਪ੍ਰਭੂ ਦੇ ਪਿਆਰਿਓ, ਸੋ ਇਸ ਗੱਲ ਨੂੰ ਆਪਾਂ ਸਮਝੀਏ, ਦੋਸਤ ਬਣਾਉਣ ਤੋਂ ਆਪਾਂ ਆਪਣੇ ਆਪ ਨੂੰ ਪਰਾਂ ਰੱਖ ਕੇ ਪਰਮੇਸ਼ਰ ਦੇ ਖਾਸ ਬਣ ਕੇ ਆਪਣੇ ਜੀਵਨ ਨੂੰ ਬਿਤਾਈਏ। ਪ੍ਰਭੂ ਤੁਹਾਨੂੰ ਅੱਜ ਦੇ ਇਸ ਵਚਨ ਦੇ ਦੁਆਰਾ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।